देर च पंजाब च यात्रा शुरू करनगे राहुल गांधी। दसदे कि सरहंद तो करनगे यात्रा की शुरुआत। यात्रा तो पहला गुरुद्वारा श्री फतेहगढ़ साहिब नतमस्तक होणगे। रोजा शरीफ भी जाएंगे राहुल गांधी। दसदे कि करीब 8 बजे बस स्टैंड नेड़े फ्लैग हैंडओवर सैरेमनी रखी गई है। हरियाणा के कांग्रेस आगुआं वालों पंजाब के लीडरां नूं झंडा सौंपे जाण तो बाद शुरू होवेगी यात्रा। मंडी गोबिंदगढ़ होवेगा यात्रा का पड़ाव ते थोड़ी देर ही पंजाब च यात्रा का आगाज होने वाला है। थोड़ी देर करीब 8 बजे बस स्टैंड नेड़े फ्लैग हैंडओवर सैरेमनी रखी गई है, जिथे कि हरियाणा के कांग्रेस आगुआं वालों पंजाब के लीडरां नूं झंडा सौंपे जाण तो बाद इस यात्रा का आगाज किया जाएगा। उस तो पहला राहुल गांधी श्री फतेहगढ़ साहिब जो है इतिहासिक गुरुद्वारा उत्थे नतमस्तक होंगे, जिथे कि गुरु गोबिंद सिंह के छोटे साहिबजादियां ने शहादत दी सी। पिछले दिन असीं वेखिया सीगा कि राहुल गांधी अमृतसर दरबार साहिब नतमस्तक होए सीगे। उन्हां दे नाल पंजाब कांग्रेस प्रधान राजा वड़िंग भी उन्हां दे नाल मौजूद सीगे ते अज यात्रा का आगाज होण जा रहा है। श्री फतेहगढ़ साहिब की पवित्र पावन धरती तो इस यात्रा का आगाज होएगा। दसदे कि राहुल गांधी की भारत जोड़ो यात्रा सितंबर के महीने शुरू हुई सी, दखण तो शुरू हुई सी, इसने कश्मीर तक जाना है ते इस तहत राहुल गांधी दे वल्लों 3500 किलोमीटर तक का ज्यादा दा पैदल पैंडा जो है तय किया जाएगा ते करीबन 10 दिन भारत जोड़ो यात्रा पंजाब ही रहेगी। 11 जनवरी तो लैके आज तो लैके 20 जनवरी तक ते 19 जनवरी एक दिन के लिए हिमाचल च जाएगी ते थोड़ी देर च पंजाब यात्रा का आगाज होने जा रहा है। राहुल गांधी दे वल्लों आगाज किया जाएगा। और जानकारी मेरे नाल मेरे सहयोगी गौरव शुक्ला ग्राउंड जीरो तो मौजूद ने। गौरव, जानना चाहांगे थोड़ी देर ही भारत जोड़ो यात्रा का आगाज होने जा रहा है, कितना जोश वेख्या जा सकता है ते कितनी महत्वपूर्ण है यात्रा पंजाब दे लई? देखो सरबजोत, इस समय ਅਸੀਂ ਫਤਿਹਗੜ੍ਹ ਸਾਹਿਬ ਗੁਰਦੁਆਰੇ ਸਾਹਿਬ ਦੇ ਵਿੱਚ ਖੜੇ ਹਾਂ ਤੇ ਇੱਥੋਂ ਹੀ ਇੱਕ ਤਰੀਕੇ ਨਾਲ ਆਗਾਜ਼ ਹੋਣਾ ਹੈ। ਥੋੜੀ ਦੇਰ ਦੇ ਵਿੱਚ ਰਾਹੁਲ ਗਾਂਧੀ ਇੱਥੇ ਪਹੁੰਚਣਗੇ। ਬਹੁਤ ਲੰਬਾ ਚੌੜਾ ਕਾਫਲਾ ਇੱਥੇ ਨਹੀਂ ਹੋਏਗਾ। ਇੱਥੋਂ ਕਰੀਬ 4 ਕਿਲੋਮੀਟਰ ਦੂਰ ਇੱਕ ਸਟੇਜ ਦਾ ਪ੍ਰਬੰਧ ਕੀਤਾ ਗਿਆ, ਜਿੱਥੇ ਰਾਹੁਲ ਗਾਂਧੀ ਦੀ ਸਪੀਚ ਹੋਣੀ ਹੈ ਜਾਂ ਫਿਰ ਜਿੱਥੋਂ ਰਸਮੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਆਗਾਜ਼ ਹੋਏਗਾ ਯਾਤਰਾ ਦਾ। मैं फिलहाल तस्वीरों का जिक्र करा, इस जबरदस्त ठंड के विचाले 7 बजे का टाइम है। इनफैक्ट 7 बजे तो थोड़े 2-4 मिनट ऊपर हो चुके हैं और काफिले ਦੀਆਂ कुछ ਗੱਡੀਆਂ ਸਾਨੂੰ ਆਲਰੇਡੀ ਦਿਖ ਚੁੱਕੀਆਂ ਨੇ। ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਸ਼ੁਰੂਆਤੀ ਤੌਰ ਦੇ ਉੱਤੇ ਨਜ਼ਰ ਆਈਆਂ ਕਾਰਾਂ ਤੇ ਉਸ ਤੋਂ ਬਾਅਦ ਰਾਹੁਲ ਗਾਂਧੀ ਅਜੇ ਤੱਕ ਕੁਝ ਹੀ ਪਲਾਂ ਦੇ ਵਿੱਚ ਜ਼ਰੂਰ ਕਿਹਾ ਜਾ ਰਿਹਾ ਕਿ ਪਹੁੰਚ ਜਾਣਗੇ ਫਤਿਹਗੜ੍ਹ ਸਾਹਿਬ ਗੁਰਦੁਆਰੇ ਦੇ ਵਿੱਚ। ਇਨਫੈਕਟ ਇਹ ਵੀ ਤੁਹਾਨੂੰ ਦੱਸਾਂ ਕਿ ਪਹਿਲਾਂ 6 ਵਜੇ ਦਾ ਪਲਾਨ ਸੀ, ਕਿਉਂਕਿ ਜਿੱਥੇ ਵੀ ਰਾਹੁਲ ਗਾਂਧੀ ਗਏ, ਜਿਹੜੀ ਵੀ ਸਟੇਟ ਦੇ ਵਿੱਚ ਗਏ ਨੇ, ਉੱਥੇ 6 ਵਜੇ ਹੀ ਇਸ ਤਰੀਕੇ ਨਾਲ ਸ਼ੁਰੂਆਤ ਕੀਤੀ ਗਈ। ਪਰ ਪੰਜਾਬ ਹੈ, ਠੰਡ ਦਾ ਮਾਹੌਲ ਹੈ, ਇਸ ਸਮੇਂ ਜਨਵਰੀ ਦਾ ਮਹੀਨਾ ਹੈ, ਤਾਂ ਇਸ ਕਰਕੇ 1 ਘੰਟਾ ਜ਼ਰੂਰ ਥੋੜਾ ਜਿਹਾ ਅੱਗੇ ਕਰ ਦਿੱਤਾ ਗਿਆ। 7 ਵੱਜ ਚੁੱਕੇ ਨੇ। ਰਾਹੁਲ ਗਾਂਧੀ ਫਿਲਹਾਲ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਪਹੁੰਚੇ, ਕੁਝ ਹੀ ਪਲਾਂ ਦੇ ਵਿੱਚ ਕਿਸੇ ਵੀ ਟਾਈਮ ਉਹ ਪਹੁੰਚ ਸਕਦੇ ਨੇ। ਅੱਛਾ, ਇੱਕ ਹੋਰ ਬਹੁਤ ਇੰਪੋਰਟੈਂਟ ਚੀਜ਼ ਹੋਈ ਹੈ, ਕਿਉਂਕਿ ਕੱਲ ਸ਼ਾਮ ਤੱਕ ਰੋਜ਼ਾ ਸ਼ਰੀਫ ਜਾਣ ਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੇ ਤੁਸੀਂ ਕਹਿ ਸਕਦੇ ਹੋ ਕਿ ਨੇੜੇ ਰੋਜ਼ਾ ਸ਼ਰੀਫ ਹੈ। ਬਹੁਤ ਮਾਨਤਾ ਹੈ ਇਸ ਸਥਾਨ ਦੀ ਰੋਜ਼ਾ ਸ਼ਰੀਫ ਦੀ। ਉਹ ਪਲਾਨ ਦੇ ਵਿੱਚ ਨਹੀਂ ਸੀ ਤੇ ਦੇਰ ਸ਼ਾਮ ਜਦੋਂ ਪੂਰਾ ਪਲਾਨ ਚੇਂਜ ਕੀਤਾ ਗਿਆ ਕਿ 6 ਵਜੇ ਤੋਂ 7 ਵਜੇ ਦਾ ਟਾਈਮ ਕੀਤਾ ਗਿਆ ਤੇ ਉਸ ਤੋਂ ਬਾਅਦ ਉਹ ਵੀ ਰੋਜ਼ਾ ਸ਼ਰੀਫ ਵੀ ਐਡ ਕੀਤਾ ਗਿਆ ਉਸ ਦੇ ਵਿੱਚ। ਤੇ ਪੂਰੇ ਪਲਾਨ ਦੇ ਵਿੱਚ ਜੋ 6 ਵਜੇ ਦਾ ਆਗਾਜ਼ ਹੋਣਾ ਸੀ, 6:30 ਵਜੇ ਯਾਤਰਾ ਸ਼ੁਰੂ ਹੋਣੀ ਸੀ, ਉਹ 1 ਘੰਟਾ ਫਿਲਹਾਲ ਡਿਲੇ ਹੈ। ਔਰ ਕਰੀਬ 7:50 ਤੇ ਜ਼ਿਕਰ ਕੀਤਾ ਜਾ ਰਿਹਾ ਕਿ 7:50 ਤੇ ਜਿਹੜਾ ਫਲੈਗ ਐਕਸਚੇਂਜ ਹੋਣੇ ਆ ਹਰਿਆਣਾ ਟੂ ਪੰਜਾਬ ਕਾਂਗਰਸ ਵਾਲੇ ਇੱਕ ਦੂਜੇ ਨੂੰ ਕਰਨਗੇ, ਤਾਂ ਉਸ ਦੇ ਲਈ ਥੋੜਾ ਜਿਹਾ ਇੰਤਜ਼ਾਰ ਕਰਨਾ ਹੋਏਗਾ। ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਤਸਵੀਰਾਂ ਇਸ ਸਮੇਂ ਤੁਸੀਂ ਜ਼ਰੂਰ ਦੇਖ ਪਾ ਰਹੇ ਹੋਵੋਗੇ ਔਰ ਧੁੰਦ ਵੀ ਹੈ। ਆਮ ਦਿਨਾਂ ਦੇ ਨਾਲ ਤੁਸੀਂ ਥੋੜੀ ਜਿਹੀ ਧੁੰਦ ਘੱਟ ਕਹਿ ਸਕਦੇ ਹੋ। ਪੋਹ ਦਾ ਮਹੀਨਾ ਹੁੰਦਾ, ਜਦੋਂ ਕੁਝ ਦਿਨ ਪਹਿਲਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਇੱਥੇ ਸੋਗ ਸਭਾ ਜਿਹੜੀ ਲੱਗਦੀ ਉਹ ਸੀ, ਤਾਂ ਉਸ ਸਮੇਂ ਧੁੰਦ ਬਹੁਤ ਜ਼ਿਆਦਾ ਕੁਝ ਦਿਨਾਂ ਦੇ ਵਿੱਚ ਰਹੀ ਹੈ। ਥੋੜੀ ਜਿਹੀ ਧੁੰਦ ਘੱਟ ਹੈ, ਪਰ ਠੰਡ ਔਰ ਫੌਗ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ ਤੇ ਉਹੀ ਤੁਸੀਂ ਅਸਰ ਕਹਿ ਸਕਦੇ ਹੋ। ਮੈਂ ਇੱਕ ਹੋਰ ਅਪਡੇਟ ਦਵਾਂ, ਕੁਝ ਤਸਵੀਰਾਂ ਅਸੀਂ ਸਟੇਜ ਵਾਲੀਆਂ ਵੀ ਦੇਖੀਆਂ ਜਿੱਥੇ ਇੰਤਜ਼ਾਮ ਕੀਤੇ ਗਏ ਨੇ, ਤਾਂ ਉਸ ਸਟੇਜ ਦੇ ਉੱਤੇ ਸਵੇਰੇ 6 ਵਜੇ ਜ਼ਰੂਰ ਰਸ਼ ਨਜ਼ਰ ਆ ਰਿਹਾ ਸੀ। ਵੱਡੀ ਗਿਣਤੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਉੱਥੇ ਜਿਹੜੇ ਕਾਂਗਰਸੀ ਵਰਕਰ ਆ ਉਹ ਜੁਟੇ ਹੋਏ ਨਜ਼ਰ ਆਏ ਨੇ। ਤਾਂ ਇੱਕ ਪਾਸੇ ਤਿਆਰੀ ਪੂਰੀ ਹੈ ਆਗਾਜ਼ ਕਰਨ ਦੇ ਲਈ, ਰਸਮੀ ਤੌਰ ਤੇ ਉਹ ਫਲੈਗ ਐਕਸਚੇਂਜ ਹੋਣਗੇ, ਪਰ ਉਸ ਤੋਂ ਪਹਿਲਾਂ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣਾ, ਇੱਕ ਦਿਨ ਪਹਿਲਾਂ ਦਰਬਾਰ ਸਾਹਿਬ ਜਾ ਕੇ ਰਾਹੁਲ ਗਾਂਧੀ ਨਤਮਸਤਕ ਹੋ ਚੁੱਕੇ ਨੇ ਤੇ ਅੱਜ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਹੋਣਗੇ। ਇਸ ਤੋਂ ਬਾਅਦ ਰੋਜ਼ਾ ਸ਼ਰੀਫ ਉਹਨਾਂ ਦੇ ਵੱਲੋਂ ਜਾਇਆ ਜਾਵੇਗਾ, ਬਿਲਕੁਲ ਨੀਅਰ ਬਾਏ ਹੈ, ਤਾਂ ਉਸ ਦਾ ਜ਼ਰੂਰ ਇੰਤਜ਼ਾਰ ਹੋ ਰਿਹਾ ਹੈ। ਮੀਡੀਆ ਦਾ ਜਮਾਵੜਾ ਵੀ ਤੁਸੀਂ ਮੇਰੇ ਪਿੱਛੇ ਜ਼ਰੂਰ ਦੇਖ ਰਹੇ ਹੋਵੋਗੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਨਜ਼ਰ ਆ ਰਹੇ ਨੇ। ਔਰ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਬਹੁਤ ਵੱਡਾ ਕਾਫਿਲਾ ਇੱਥੇ ਨਜ਼ਰ ਨਹੀਂ ਆਏਗਾ, ਕਿਉਂਕਿ ਜਦੋਂ ਅਸੀਂ ਸਵੇਰੇ ਸਰਬਜੋਤ ਪਹੁੰਚੇ ਹਾਂ ਜਿੱਥੇ ਪੂਰੀ ਰੈਲੀ ਵਾਲੀ ਇੱਕ ਤਰੀਕੇ ਨਾਲ ਸਟੇਜ ਬਣਾਈ ਗਈ ਹੈ, ਤਾਂ ਉੱਥੇ ਬਹੁਤ ਜ਼ਿਆਦਾ ਭੀੜ ਸੀ। ਤਾਂ ਉੱਥੋਂ ਸਿਰਫ ਕੁਝ ਗੱਡੀਆਂ ਦੇ ਵਿੱਚ ਰਾਹੁਲ ਗਾਂਧੀ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ, ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਕੁਝ ਹੋਰ ਲੀਡਰਸ ਜਿਹੜੇ ਹੋਣਗੇ ਉਹ ਇੱਥੇ ਆਣਗੇ ਦਰਬਾਰ ਸਾਹਿਬ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਣ ਦੇ ਲਈ, ਤੇ ਉਸ ਤੋਂ ਬਾਅਦ ਵਾਪਸ ਉਹ ਸਟੇਜ ਦੇ ਉੱਤੇ ਜਾਇਆ ਜਾਏਗਾ। ਮੈਂ ਪੋਲੀਟੀਕਲ ਤੌਰ ਦੇ ਉੱਤੇ ਇਸ ਪੂਰੇ ਮਾਮਲੇ ਦੇ ਵਿੱਚ ਜ਼ਿਕਰ ਕਰਾਂ ਤਾਂ ਇਲੈਕਸ਼ਨ ਵਾਲਾ ਉਸ ਥਾਂ ਦੇ ਉੱਤੇ ਮਾਹੌਲ ਜ਼ਰੂਰ ਨਜ਼ਰ ਆਇਆ ਹੈ ਕਿ ਜੇ ਮੈਂ ਸਵੇਰੇ ਬਿਲਕੁਲ 6 ਵਜੇ ਜਾ ਕੇ ਦੇਖਿਆ ਤਾਂ ਉੱਥੇ ਇੱਕ ਇਲੈਕਸ਼ਨ ਵਾਲਾ ਤੁਸੀਂ ਕਹਿ ਸਕਦੇ ਹੋ ਕਿ ਮਾਹੌਲ, ਪੰਜਾਬ ਦੇ ਵਿੱਚ ਕੋਈ ਇਲੈਕਸ਼ਨ ਨਹੀਂ ਹੈ, ਪਰ ਜਿਸ ਤਰੀਕੇ ਦੀ ਹਾਰ ਹੋਈ ਹੈ 2022 ਦੇ ਵਿੱਚ ਕਾਂਗਰਸ ਦੀ, ਸੱਤਾ ਤੋਂ ਦੂਰ ਹੋ ਗਏ, ਵੱਡੇ ਵੱਡੇ ਚਿਹਰੇ ਕਾਂਗਰਸ ਦੇ ਹਾਰ ਗਏ, ਤਾਂ ਉਸ ਵਿਚਾਲੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਇਹ ਯਾਤਰਾ ਇੱਕ ਜੋਸ਼ ਭਰਨ ਦੇ ਲਈ ਜ਼ਰੂਰ ਕਾਰਗਰ ਹੋ ਸਕਦੀ ਹੈ। ਉਹ ਅੱਗੇ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਕਿੰਨਾ ਰਿਫਲੈਕਟ ਹੁੰਦੀ ਹੈ, ਖਾਸ ਤੌਰ ਤੇ 2024 ਦੇ ਵਿੱਚ ਉਹ ਜ਼ਰੂਰ ਦੇਖਣਾ ਹੋਏਗਾ। ਸਰਬਜੋਤ जी गौरव, मैं भी पूछना चाहूंगी कि अंदरूनी खाना जंग ऐसी कांग्रेस की देखिए कि राहुल सारे कांग्रेस के लीडर्स ਨੂੰ एक मंच ਤੇ ਲਿਆਉਣ 'ਚ ਕਾਮਯਾਬ ਹੋਣਗੇ। ਦੇਖੋ ਇੱਕ ਬਹੁਤ ਇੰਪੋਰਟੈਂਟ ਹੈ ਕਿਉਂਕਿ ਮੈਂ ਦੇਰ ਰਾਤ ਜਦੋਂ ਰਾਜਾ ਵੜਿੰਗ ਦੇ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਮੈਂ ਉਹਨਾਂ ਨੂੰ ਵੀ ਸਵਾਲ ਪੁੱਛਿਆ ਕਿ ਕਾਂਗਰਸ ਇਕਜੁੱਟ ਹੈ। ਦੋ ਤਰੀਕੇ ਨਾਲ ਹੁੰਦਾ ਹੈ ਕਿ ਕਾਂਗਰਸ ਪੰਜਾਬ ਲੈਵਲ ਦੇ ਉੱਤੇ ਜੇਕਰ ਹੈਗੀ ਹੈ ਤਾਂ ਇੱਥੇ ਤੁਹਾਨੂੰ ਅਲੱਗ-ਅਲੱਗ ਧੜੇ ਜ਼ਰੂਰ ਨਜ਼ਰ ਆਣਗੇ, ਉਹ ਚਾਹੇ ਇਲੈਕਸ਼ਨ ਦਾ ਮੌਸਮ ਸੀ ਉਸ ਸਮੇਂ ਵੀ ਨਜ਼ਰ ਆਏ ਸੀ, ਪਰ ਜਦੋਂ ਕਾਂਗਰਸ ਦਾ ਸਭ ਤੋਂ ਵੱਡਾ ਲੀਡਰ ਇਸ ਸਮੇਂ ਮੌਜੂਦ ਹੋਵੇ ਤਾਂ ਕਿਸੇ ਦੇ ਲਈ ਵੀ ਕੋਈ ਬਾਗੀ ਸੁਰ ਦਿਖਾਣਾ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਨਾ ਪਹੁੰਚਣਾ, ਇਕਜੁੱਟਤਾ ਨਾ ਦਿਖਾਣਾ, ਪੋਸਿਬਿਲਿਟੀਜ਼ ਉਸ ਦੀਆਂ ਘੱਟ ਹੁੰਦੀਆਂ ਨੇ, ਕਿਉਂਕਿ ਜੇ ਰਾਹੁਲ ਗਾਂਧੀ ਦੇ ਡਾਇਰੈਕਟ ਮੈਸੇਜ ਪਹੁੰਚ ਰਿਹਾ ਕਿ ਫਲਾਣਾ ਲੀਡਰ ਨਹੀਂ ਆਇਆ ਜਾਂ ਫਿਰ ਇਹਨਾਂ ਦੀ ਆਪਸ ਦੇ ਵਿੱਚ ਕੋਈ ਕਲੈਸ਼ ਨਜ਼ਰ ਆ ਰਿਹਾ ਤਾਂ ਉਹਦਾ ਬਹੁਤ ਇੰਪੈਕਟ ਦੇਖਣ ਨੂੰ ਮਿਲ ਸਕਦਾ। ਤਾਂ ਰਾਹੁਲ ਗਾਂਧੀ ਦੀ ਇਸ ਭਾਰਤ ਜੋੜੋ ਯਾਤਰਾ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਤਕਰੀਬਨ ਤੁਹਾਨੂੰ ਕਾਂਗਰਸ ਦੇ ਸਾਰੇ ਲੀਡਰ ਨਜ਼ਰ ਆਉਣਗੇ ਦੇਰ ਸ਼ਾਮ ਤੱਕ, ਜਾਂ ਜਿਹੜੀਆਂ ਇਸ ਤੋਂ ਪਹਿਲਾਂ ਮੀਟਿੰਗਸ ਹੋਈਆਂ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਰਾਹੁਲ ਦਾ ਰੂਟ ਪੂਰਾ ਮੰਥਨ ਉਸ ਦੇ ਉੱਤੇ ਹੋਇਆ ਤਾਂ ਉੱਥੇ ਵੀ ਕਾਂਗਰਸ ਦੀ ਤਕਰੀਬਨ ਪੰਜਾਬ ਦੀ ਪੂਰੀ ਲੀਡਰਸ਼ਿਪ ਸੀ, ਉਹ ਚਾਹੇ ਰਾਜਾ ਵੜਿੰਗ ਹੋਣ, ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਹੋਣ, ਰਜਿੰਦਰ ਕੌਰ ਭੱਠਲ ਹੋਣ, ਤਾਂ ਸਾਰਾ ਚੀਜ਼ ਨਜ਼ਰ ਆਉਂਦਾ। ਇੱਕ ਹੋਰ ਇੰਪੋਰਟੈਂਟ ਪੁਆਇੰਟ ਹੈ ਕਿ ਜੇ ਤੁਸੀਂ ਫਤਿਹਗੜ੍ਹ ਸਾਹਿਬ ਔਰ ਸਰਹੰਦ ਦੇ ਵਿੱਚ ਘੁੰਮੋ, ਮੈਂ ਦੇਰ ਸ਼ਾਮ ਤੋਂ ਕੱਲ ਤੋਂ ਇੱਥੇ ਹੈਗਾ ਹੈ, ਤਾਂ ਇਹ 4-5 ਕਿਲੋਮੀਟਰ ਦਾ ਜਿਹੜਾ ਸਟ੍ਰੈਚ ਹੈ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਿੱਥੇ ਸਟੇਜ ਲਗਾਈ ਗਈ ਹੈ, ਤੁਹਾਨੂੰ ਵੱਡੇ ਵੱਡੇ ਹੋਰਡਿੰਗਸ ਨਜ਼ਰ ਆਉਣਗੇ ਸਥਾਨਕ ਲੀਡਰਾਂ ਦੇ ਨਾਲ ਜਿਹੜੇ ਦੂਰ ਤੋਂ ਲੀਡਰ ਆਏ ਹੋਏ ਨੇ ਉਹਨਾਂ ਦੇ ਵੱਲੋਂ ਵੀ ਬੋਰਡਸ ਲਗਾਏ ਗਏ ਨੇ। ਇਨਫੈਕਟ ਜਿਹੜੇ ਸਰਾਊਂਡਿੰਗ ਡਿਸਟ੍ਰਿਕਟਸ ਨੇ, ਉਹ ਚਾਹੇ ਫਤਿਹਗੜ੍ਹ ਸਾਹਿਬ ਹੋਵੇ, ਤੁਸੀਂ ਇੱਥੇ 3 ਸੀਟਾਂ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਵਿਧਾਨ ਸਭਾ ਦੀਆਂ, ਬੱਸੀ ਪਠਾਣਾ ਹੈਗੀ ਹੈ, ਫਤਿਹਗੜ੍ਹ ਸਾਹਿਬ ਹੈਗੀ ਹੈ, ਤਾਂ ਇਹ ਜਿਹੜੀਆਂ ਅਮਲੋ ਹੈਗੀ ਹੈ ਤਾਂ ਇਹ ਸੀਟਾਂ ਦੇ ਉੱਤੇ ਜਿਹੜੇ ਲੀਡਰ ਹੈ ਉਹਨਾਂ ਦੀਆਂ ਤਸਵੀਰਾਂ ਨਜ਼ਰ ਆਈਆਂ। ਉਸ ਤੋਂ ਬਾਅਦ ਜਿਹੜੀਆਂ ਸਰਾਊਂਡਿੰਗ ਡਿਸਟ੍ਰਿਕਟਸ ਨੇ, ਚਾਹੇ ਰੋਪੜ ਹੋਵੇ, ਮੈਂ ਇਧਰੋਂ ਪਟਿਆਲੇ ਦਾ ਜ਼ਿਕਰ ਕਰ ਲਵਾਂ ਜਾਂ ਲੁਧਿਆਣੇ ਦਾ ਜ਼ਿਕਰ ਕਰ ਲਵਾਂ, ਇਹ 3-4 ਡਿਸਟ੍ਰਿਕਟ ਦੇ ਤੁਹਾਨੂੰ ਲੀਡਰਾਂ ਦੇ ਪੋਸਟਰ ਨਜ਼ਰ ਆਏ। ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਸੀ, ਮੈਂ ਰਾਤ ਵੀ ਜ਼ਿਕਰ ਕੀਤਾ ਸੀ ਕਿ ਹਰ ਤਸਵੀਰ ਦੇ ਉੱਤੇ, ਹਰ ਹੋਰਡਿੰਗ ਦੇ ਉੱਤੇ ਰਾਹੁਲ ਗਾਂਧੀ ਦੀ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਉਹ ਹਾਫ ਬਾਜੂ ਟੀ-ਸ਼ਰਟ ਦੇ ਵਿੱਚ ਨਜ਼ਰ ਆ ਰਹੀ ਹੈ। ਰਾਹੁਲ ਗਾਂਧੀ ਦੀ ਟੀ-ਸ਼ਰਟ ਖੂਬ ਚਰਚਾ ਦੇ ਵਿੱਚ ਹੈ ਔਰ ਦੇਖਣਾ ਅੱਜ ਵੀ ਹੋਏਗਾ ਕਿਉਂਕਿ ਇਹ ਬਹੁਤ ਜ਼ਬਰਦਸਤ ਠੰਡ ਹੈ। ਜੇ ਕੈਮਰਾ ਸ਼ਾਇਦ ਉਸ ਚੀਜ਼ ਨੂੰ ਨਾ ਦਿਖਾ ਪਾ ਰਿਹਾ ਹੋਵੇ, ਜਿਹੜੀ ਤਰੇਲ ਗਿਰ ਰਹੀ ਹੈ ਉਹ ਅਸੀਂ ਮਹਿਸੂਸ ਕਰ ਰਹੇ ਹਾਂ ਇੱਥੇ ਖੜੇ ਹੋ ਕੇ, ਔਰ ਤੁਸੀਂ ਕਹਿ ਸਕਦੇ ਹੋ ਕਿ ਇੱਕ ਤਰੀਕੇ ਨਾਲ ਜਿਵੇਂ ਮੀਂਹ ਪੈਂਦਾ ਹੁੰਦਾ ਉਸ ਤਰੀਕੇ ਨਾਲ ਹਲਕੀ ਹਲਕੀ ਇੱਥੇ ਜ਼ਰੂਰ ਇਹ ਫੀਲ ਹੋ ਰਹੀ ਹੈ, ਜਿਹੜੀ ਉਸ ਤੁਸੀਂ ਕਹਿ ਸਕਦੇ ਹੋ, ਤਰੇਲ ਕਹਿ ਸਕਦੇ ਹੋ। ਤਾਂ ਇਹ ਚੀਜ਼ ਹੈਗੀ ਹੈ। ਤਾਂ ਅੱਜ ਰਾਹੁਲ ਗਾਂਧੀ ਦੇ ਉੱਪਰ ਨਜ਼ਰ ਹੋਏਗੀ ਕਿ ਉਹ ਰਾਹੁਲ ਗਾਂਧੀ ਕਿਹੜੇ ਅਟਾਇਰ ਦੇ ਵਿੱਚ ਨਜ਼ਰ ਆਉਂਦੇ ਨੇ। ਇੱਕ ਦਿਨ ਪਹਿਲਾਂ ਦਰਬਾਰ ਸਾਹਿਬ ਪਹੁੰਚੇ, ਅੰਮ੍ਰਿਤਸਰ ਦੇ ਵਿੱਚ ਨਤਮਸਤਕ ਹੋਏ, ਕੇਸਰੀ ਰੰਗ ਦੀ ਪੱਗ ਸਜਾਈ ਹੋਈ ਸੀ ਰਾਹੁਲ ਗਾਂਧੀ ਨੇ, ਖੂਬ ਚਰਚਾ ਦਾ ਵਿਸ਼ਾ ਰਹੀ ਹੈ ਉਹ ਪਿਛਲੇ 24 ਘੰਟਿਆਂ ਦੇ ਵਿੱਚ। ਫਤਿਹਗੜ੍ਹ ਸਾਹਿਬ ਆ ਰਹੇ ਨੇ ਤਾਂ ਅੱਜ ਰਾਹੁਲ ਗਾਂਧੀ ਦਾ ਅਟਾਇਰ ਕੀ ਹੋਏਗਾ? ਇੱਕ ਤਾਂ ਹਾਫ ਬਾਜੂ ਟੀ-ਸ਼ਰਟ ਤਾਂ ਲਾਜ਼ਮੀ ਤੌਰ ਤੇ ਲੱਗ ਰਿਹਾ ਕਿ ਹੋਏਗੀ ਕਿਉਂਕਿ ਰਾਹੁਲ ਗਾਂਧੀ ਆਪਣੀਆਂ ਰੈਲੀਆਂ ਦੇ ਵਿੱਚ ਜ਼ਿਕਰ ਕਰ ਚੁੱਕੇ ਹਨ ਪ੍ਰੈਸ ਕਾਨਫਰੰਸ 'ਚ ਕਿ ਮੈਂ ਫਿਲਹਾਲ ਤਾਂ ਐਵੇਂ ਹੀ ਰਹਾਂਗਾ ਔਰ ਇਸ ਠੰਡ ਦੇ ਵਿੱਚ ਰਹਿਣਗੇ। ਤੇ ਉਸ ਤੋਂ ਬਾਅਦ ਅੱਜ ਵੀ ਪੱਗ ਸਜਾਈ ਹੁੰਦੀ ਹੈ ਜਾਂ ਕਿਵੇਂ ਗਾਈਡ ਕੀਤਾ ਜਾਂਦਾ ਹੈ ਪੰਜਾਬ ਦੀ ਲੀਡਰਸ਼ਿਪ ਦੇ ਵੱਲੋਂ, ਉਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ। ਹਾਂ, ਇਹ ਜ਼ਰੂਰ ਹੈ ਕਿ ਸਰਬਜੋਤ ਤੁਸੀਂ ਪਿਛਲੇ ਕੁਝ ਦਿਨਾਂ ਦਾ ਦੇਖੋ ਤਾਂ ਜਿਸ ਤਰੀਕੇ ਨਾਲ ਕਾਂਗਰਸ ਐਕਟਿਵ ਨਜ਼ਰ ਆਈ ਹੈ, ਇੱਕ ਕਾਂਗਰਸ ਹਰਿਆਣਾ ਕਾਂਗਰਸ ਵਰਸਸ ਰਾਜਸਥਾਨ ਕਾਂਗਰਸ ਵਰਸਸ ਪੰਜਾਬ ਕਾਂਗਰਸ, ਇਹ ਵਰਸਸ ਵਾਲੀ ਸਥਿਤੀ ਮੈਂ ਇਸ ਕਰਕੇ ਕਹਿ ਰਿਹਾ ਕਿ ਰਾਜਸਥਾਨ ਦੇ ਵਿੱਚ ਸਰਕਾਰ ਹੈ ਇਸ ਸਮੇਂ, ਉੱਥੇ ਸੀਐਮ ਹੈ ਕਾਂਗਰਸ ਦੇ, ਤਾਂ ਜਦੋਂ ਗਵਰਨਮੈਂਟ ਹੁੰਦੀ ਹੈ ਤਾਂ ਅਲੱਗ ਤਰੀਕੇ ਨਾਲ ਪੂਰਾ ਚੀਜ਼ਾਂ ਹੁੰਦੀਆਂ ਤੇ ਭੀੜ ਜਾਂ ਫਿਰ ਕਹੀਏ ਕਿ ਸਕਸੈਸਫੁਲ ਜਿਹੜੀ ਚੀਜ਼ਾਂ ਨੂੰ ਕਰਵਾਇਆ ਜਾਂਦਾ ਉਹ ਇੱਕ ਡਿਫਰੈਂਟ ਚੀਜ਼ਾਂ ਹੋ ਜਾਂਦੀਆਂ ਨੇ। ਹਰਿਆਣਾ ਦੇ ਵਿੱਚ ਸਰਕਾਰ ਨਹੀਂ ਹੈ ਪਰ ਹਰਿਆਣਾ ਦੇ ਵਿੱਚ ਵੱਡੇ ਲੀਡਰ ਆਏ, ਉੱਥੇ ਥੋੜੇ ਬਹੁਤ ਬਾਗੀ ਸੁਰ ਵੀ ਦੇਖਣ ਨੂੰ ਮਿਲੇ ਨੇ ਔਰ ਸਟੇਟਮੈਂਟਸ ਇਸ ਤਰੀਕੇ ਦੀਆਂ ਸੀਗੀਆਂ। ਤਾਂ ਇੱਕ ਟਾਸਕ ਹੈ ਇਸ ਸਮੇਂ ਪੰਜਾਬ ਕਾਂਗਰਸ ਦੇ ਸਾਹਮਣੇ ਵੀ ਕਿ ਸ਼ੰਭੂ ਬੈਰੀਅਰ ਦੇ ਉੱਤੇ ਕੋਈ ਬਹੁਤ ਵੱਡਾ ਵੈਲਕਮ ਕਰਨ ਦਾ ਮੌਕਾ ਉਹਨਾਂ ਨੂੰ ਰਾਹੁਲ ਗਾਂਧੀ ਨੂੰ ਨਹੀਂ ਮਿਲਿਆ, ਪਰ ਦੂਜੇ ਪਾਸੇ ਹੁਣ ਜਿਹੜੇ ਬਾਕੀ ਪੰਜਾਬ ਦੇ ਵਿੱਚ ਇਸ ਸਮੇਂ
ਯਾਤਰਾ ਜਾਏਗੀ। ਜੇ ਅੱਜ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਸਟਾਰਟ ਹੋ ਰਹੀ ਹੈ, ਉਸ ਤੋਂ ਬਾਅਦ ਬਿਲਕੁਲ ਹਾਈਵੇ ਤੋਂ ਹੁੰਦੀ ਹੋਈ ਖੰਨਾ ਲੁਧਿਆਣਾ, ਮੰਡੀ ਗੋਬਿੰਦਗੜ੍ਹ, ਖੰਨਾ, ਲੁਧਿਆਣਾ, ਜਲੰਧਰ, ਮੁਕੇਰੀਆਂ, ਪਠਾਨਕੋਟ ਵਾਲੇ ਪਾਸੇ ਜਾਏਗੀ। ਤਾਂ ਇੱਕ ਟਾਸਕ ਹੋਏਗਾ ਕਿ ਅਗਲੇ 7 ਦਿਨ ਕਿਸ ਤਰੀਕੇ ਨਾਲ ਰਿਸਪੌਂਡ ਕਰਦੀ ਹੈ ਪੰਜਾਬ ਦੀ ਜਨਤਾ। ਰਾਹੁਲ ਗਾਂਧੀ ਇੱਕ ਵੱਡੇ ਲੀਡਰ ਨੇ, ਦੇਸ਼ ਦੇ ਇੱਕ ਵੱਡਾ ਨਾਮ ਹੈ, ਤਾਂ ਉਹਨਾਂ ਨੂੰ ਦੇਖਣ ਦੇ ਲਈ ਵੀ ਲੋਕ ਆਉਂਦੇ ਨੇ, ਪਰ ਕਿੱਥੇ ਕਿੱਥੇ ਕਿੰਨੀ ਤਾਦਾਦ ਦੇ ਵਿੱਚ ਆ ਸਕਦੇ ਨੇ, ਕਿਉਂਕਿ ਮੈਂ ਵਾਰ-ਵਾਰ ਕਹਿ ਰਿਹਾ ਕਿ ਇੱਕ ਤਰੀਕੇ ਨਾਲ ਕਾਂਗਰਸ ਨਾ ਚਾਹੁੰਦੇ ਹੋਏ ਵੀ ਖੁਦ ਕੰਪੈਰੀਜ਼ਨ ਕਰੇਗੀ ਕਿ ਦੇਖੋ ਰਾਜਸਥਾਨ ਦੇ ਵਿੱਚ ਕਿੰਨੀਆਂ ਜ਼ਬਰਦਸਤ ਤਿਆਰੀਆਂ ਸੀ, ਹਰਿਆਣਾ 'ਚ ਕਿਵੇਂ ਦੀਆਂ ਤਿਆਰੀਆਂ ਸੀ, ਤਾਂ ਪੰਜਾਬ ਦੇ ਵਿੱਚ ਕਿਹੋ ਜਿਹੀਆਂ ਤਿਆਰੀਆਂ ਜਾਂ ਪੰਜਾਬ ਕਾਂਗਰਸ ਨੇ ਕਿਸ ਤਰੀਕੇ ਨਾਲ ਕੀਤਾ ਹੈ। ਇੱਕ ਹੋਰ ਬਹੁਤ ਇੰਪੋਰਟੈਂਟ ਪੁਆਇੰਟ ਹੈ, ਉਹ ਪੁਆਇੰਟ ਇਹ ਹੈ ਕਿ ਇਹ ਯਾਤਰਾ ਦੀ ਸਕਸੈਸਫੁਲ ਜੇ ਹੁੰਦੀ ਹੈ ਜਾਂ ਜੋ ਵੀ ਇਸ ਦੇ ਵਿੱਚ ਤਸਵੀਰਾਂ ਨਜ਼ਰ ਆਉਂਦੀਆਂ ਔਰ ਰਾਜਾ ਵੜਿੰਗ ਦੇ ਉੱਤੇ ਵੀ ਬਹੁਤ ਕੁਝ ਨਿਰਭਰ ਕਰੇਗਾ। ਰਾਜਾ ਵੜਿੰਗ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਉਹਨਾਂ ਦੀ ਕੋਲ ਹੈਗੀ ਹੈ, ਨਵਜੋਤ ਸਿੰਘ ਸਿੱਧੂ ਦੇ ਬਾਹਰ ਆਉਣ ਦੀਆਂ ਚਰਚਾਵਾਂ ਨੇ, ਤਾਂ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਕਿ ਇਹ ਯਾਤਰਾ ਦੇ ਵਿੱਚ ਰਾਜਾ ਵੜਿੰਗ ਦਾ ਕੱਦ ਕਿੰਨਾ ਵੱਡਾ ਹੁੰਦਾ ਹੈ, ਕਿ ਰਾਜਾ ਵੜਿੰਗ ਬਾਕੀ ਲੀਡਰਸ਼ਿਪ ਨੂੰ ਨਾਲ ਲੈ ਕੇ ਰਾਹੁਲ ਗਾਂਧੀ ਦੇ ਨਾਲ ਮੋਢੇ ਨਾਲ ਜੋੜ ਕੇ ਤੁਰਦੇ ਨੇ ਜਾਂ ਤੋਰਨ ਦੇ ਵਿੱਚ ਬਾਕੀਆਂ ਨੂੰ ਕਾਮਯਾਬ ਰਹਿੰਦੇ, ਵਰਕਰਾਂ ਨੂੰ ਸੜਕਾਂ ਦੇ ਉੱਤੇ ਉਤਾਰਨ 'ਚ ਕਾਮਯਾਬ ਰਹਿੰਦੇ ਨੇ। ਤਾਂ ਉਹ ਇੱਕ ਟਾਸਕ ਹੋਏਗਾ, ਉਸ ਦਾ ਰਿਫਲੈਕਸ਼ਨ ਤੁਹਾਨੂੰ ਪ੍ਰਧਾਨਗੀ ਵਾਲੀ ਕੁਰਸੀ ਤੇ ਨਜ਼ਰ ਹੈ। ਜੇ 26 ਜਨਵਰੀ ਨੂੰ ਨਵਜੋਤ ਸਿੰਘ ਸਿੱਧੂ ਬਾਹਰ ਆ ਜਾਂਦੇ ਨੇ ਤਾਂ ਫਿਰ ਕੀ ਉਹਨਾਂ ਦੇ ਕੋਲ ਪ੍ਰਧਾਨਗੀ ਜਾ ਸਕਦੀ ਹੈ, ਕੋਈ ਵੱਡਾ ਅਹੁਦਾ ਜਾ ਸਕਦਾ ਹੈ, ਜਾਂ ਰਾਜਾ ਵੜਿੰਗ ਦੇ ਕੋਲ ਰਹੇਗਾ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਸ਼ੁਰੂਆਤ ਦੇ ਵਿੱਚ ਜੋ ਕਿਹਾ ਸੀ ਕਿ ਕਾਂਗਰਸ ਦੇ ਵਰਕਰਾਂ ਦੇ ਲਈ ਇਹ ਇੱਕ ਇਵੈਂਟ ਹੈ, ਭਾਰਤ ਜੋੜੋ ਯਾਤਰਾ ਵਾਲਾ। ਤੁਸੀਂ ਕਹਿ ਸਕਦੇ ਹੋ ਕਿ ਇਲੈਕਸ਼ਨ 'ਚ ਮਿਲੀ ਹਾਰ ਤੋਂ ਬਾਅਦ ਇੱਕ ਬੂਸਟ ਦੇਣ ਦਾ ਕੰਮ ਜ਼ਰੂਰ ਕਰ ਸਕਦਾ ਹੈ। ਸਰਬਜੋਤ ਜੀ ਜੀ ਗੌਰਵ, ਤੁਸੀਂ ਸਾਡੇ ਨਾਲ ਬਨੇ ਰਹੋ, ਤਸਵੀਰਾਂ ਸਾਨੂੰ ਵਿਖਾਉਂਦੇ ਰਹੋ ਤੇ ਦੱਸ ਦੇ ਕਿ ਥੋੜੀ ਦੇਰ 'ਚ ਹੀ ਪੰਜਾਬ 'ਚ ਯਾਤਰਾ ਸ਼ੁਰੂ ਕਰਨਗੇ ਰਾਹੁਲ ਗਾਂਧੀ। ਤੇ ਤਸਵੀਰਾਂ ਅਸੀਂ ਲਾਈਵ ਵੇਖੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ। ਮੇਰੇ ਸਹਿਯੋਗੀ ਗੌਰਵ ਸ਼ੁਕਲਾ ਲਾਈਵ ਜੁੜੇ ਹੋਏ ਨੇ ਉੱਥੋਂ ਹੀ। ਇੱਥੇ ਜੋ ਰਾਹੁਲ ਗਾਂਧੀ ਕੁਝ ਦੇਰ 'ਚ ਪਹੁੰਚਣਗੇ, ਉੱਥੇ ਨਤਮਸਤਕ ਹੋਣਗੇ। ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਹੈ, ਜਿੱਥੇ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਪ੍ਰਾਪਤ ਹੋਈ ਹੈ, ਤੇ ਉੱਥੇ ਨਤਮਸਤਕ ਹੋਣਗੇ, ਉੱਥੇ ਮੱਥਾ ਟੇਕਣਗੇ। ਸਰਹੰਦ ਦੀ ਦਾਣਾ ਮੰਡੀ ਤੋਂ ਇਸ ਯਾਤਰਾ ਦਾ ਆਗਾਜ਼ ਕੀਤਾ ਜਾਏਗਾ, ਸ਼ੁਰੂਆਤ ਕੀਤੀ ਜਾਏਗੀ। ਦੱਸ ਦੇ ਕਿ ਯਾਤਰਾ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਣਗੇ ਤੇ ਰੋਜ਼ਾ ਸ਼ਰੀਫ ਵੀ ਜਾਣਗੇ। ਉਸ ਤੋਂ ਬਾਅਦ ਰਾਹੁਲ ਗਾਂਧੀ ਤੇ ਕਰੀਬ 8 ਵਜੇ ਦੇ ਕਰੀਬ ਬੱਸ ਸਟੈਂਡ ਨੇੜੇ ਫਲੈਗ ਹੈਂਡਓਵਰ ਸੈਰੇਮਨੀ ਰੱਖੀ ਗਈ ਹੈ। ਹਰਿਆਣਾ ਦੇ ਕਾਂਗਰਸ ਆਗੂਆਂ ਵੱਲੋਂ ਪੰਜਾਬ ਦੇ ਲੀਡਰਾਂ ਨੂੰ ਝੰਡਾ ਸੌਂਪੇ ਜਾਣ ਤੋਂ ਬਾਅਦ ਇਸ ਯਾਤਰਾ ਦਾ ਆਗਾਜ਼ ਹੋਏਗਾ। ਸਰਹੰਦ ਦੀ ਦਾਣਾ ਮੰਡੀ ਤੋਂ ਮੰਡੀ ਗੋਬਿੰਦਗੜ੍ਹ 'ਚ ਹੋਵੇਗਾ ਯਾਤਰਾ ਦਾ ਪੜਾਅ। ਤੇ ਪਿਛਲੇ ਦਿਨਾਂ ਦੀ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਕਿ ਰਾਹੁਲ ਗਾਂਧੀ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸੀਗੇ, ਉੱਥੇ ਨਤਮਸਤਕ ਹੋਏ ਸੀਗੇ ਦਸਤਾਰ ਸਜਾ ਕੇ। ਨਾਲ ਹੀ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਸੀਗੇ, ਨਾਲ ਪ੍ਰਤਾਪ ਬਾਜਵਾ ਵੀ ਮੌਜੂਦ ਰਹੇ ਸੀਗੇ। ਤੇ ਹੁਣੇ ਵੀ ਅਸੀਂ ਲਾਈਵ ਤਸਵੀਰਾਂ ਵੇਖੀਆਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਜਿੱਥੇ ਕਿ ਰਾਹੁਲ ਗਾਂਧੀ ਕੁਝ ਹੀ ਦੇਰ 'ਚ ਪਹੁੰਚਣਗੇ, ਉੱਥੇ ਨਤਮਸਤਕ ਹੋਣਗੇ। ਉਸ ਤੋਂ ਬਾਅਦ ਸਰਹੰਦ ਦੀ ਦਾਣਾ ਮੰਡੀ ਤੋਂ ਇਸ ਯਾਤਰਾ ਦਾ ਆਗਾਜ਼ ਕੀਤਾ ਜਾਏਗਾ। ਦੱਸ ਰਹੇ ਕਿ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ 60 ਸਤੰਬਰ ਨੂੰ ਸ਼ੁਰੂ ਕੀਤੀ ਗਈ ਸੀ ਦੱਖਣ ਤੋਂ, ਤੇ ਆ ਜੋ ਯਾਤਰਾ ਹੈ ਉਹ ਕਸ਼ਮੀਰ ਤੱਕ ਜਾਣੀ ਹੈ। ਕਿਸੇ ਚੁਣਾਵ ਦੇ ਲਈ ਇਹ ਭਾਰਤ ਜੋੜੋ ਯਾਤਰਾ ਨਹੀਂ ਕਰ ਰਿਹਾ ਔਰ ਕਾਂਗਰਸ ਲਈ ਨਹੀਂ ਕਰ ਰਿਹਾ। ਇਹ ਯਾਤਰਾ ਦੇਸ਼ ਨੂੰ ਦਾ ਸੰਵਿਧਾਨ ਬਚਾਉਣ ਲਈ ਹੈ। ਦੇਸ਼ ਦੀ ਲੜਾਈ ਲੜਨੀ ਹੈ, ਬੇਰੋਜ਼ਗਾਰਾਂ ਦੀ ਲੜਾਈ ਲੜਨੀ ਹੈ, ਮਹਿੰਗਾਈ ਦੇ ਖਿਲਾਫ ਲੜਾਈ ਲੜਨੀ ਹੈ, ਜਿਨ੍ਹਾਂ ਦੀ ਲੋਕ ਅੱਜ ਆਵਾਜ਼ ਦਬਾਈ ਜਾ ਰਹੀ ਹੈ ਜੀ, ਉਸ ਆਵਾਜ਼ ਦੇ ਖਿਲਾਫ ਲੜਾਈ ਲੜਨੀ ਹੈ ਜੀ। ਸੋ ਇਸ ਕਰਕੇ ਭਾਰਤ ਜੋੜੋ ਯਾਤਰਾ ਹੋ ਰਹੀ ਹੈ, ਨਾ ਕਿ ਕਾਂਗਰਸ ਨੂੰ ਮਜ਼ਬੂਤ ਕਰਨ ਵਾਸਤੇ ਹੋ ਰਹੀ ਹੈ, ਦੇਸ਼ ਨੂੰ ਮਜ਼ਬੂਤ ਕਰਨ ਵਾਸਤੇ। ਆਪਸ ਦਾ ਭਾਈਚਾਰਾ ਜਿਹੜਾ ਹਿੰਦੂ, ਮੁਸਲਮਾਨ, ਸਿੱਖ, ਈਸਾਈ ਆਪਸ ਵਿੱਚ ਲੋਕਾਂ ਨੂੰ ਵੰਡਿਆ ਜਾ ਰਿਹਾ ਤੇ ਉਹਦੇ ਖਿਲਾਫ ਇਹ ਲੜਾਈ ਹੈ। ਪੂਰੇ ਪੰਜਾਬ ਚੋਂ ਨਹੀਂ, ਪੂਰੇ ਹਿੰਦੁਸਤਾਨ ਦੇ ਵਿੱਚੋਂ ਲਗਾਤਾਰ ਫੋਨ ਆ ਰਹੇ ਹੈਗੇ ਨੇ, ਜਿਹੜੇ ਆਪਣੇ ਆਪ ਲੋਕ, ਇਕੱਲੇ ਕਾਂਗਰਸ ਵਾਲੇ ਨਹੀਂ, ਸਮਾਜ ਦਾ ਹਰ ਵਰਗ, ਚਾਹੇ ਉਹ ਕਾਲਜ ਦਾ ਕੋਈ ਲੈਕਚਰਰ ਹੈ, ਕੋਈ ਸਕੂਲ ਦਾ ਟੀਚਰ ਹੈ, ਕੋਈ ਯੂਨੀਵਰਸਿਟੀ ਦਾ ਪ੍ਰੋਫੈਸਰ ਹੈ, ਕੋਈ ਕਿਸੇ ਹੋਰ ਪੋਲੀਟੀਕਲ ਪਾਰਟੀ ਦਾ ਮੈਂਬਰ ਹੈ, ਕੋਈ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਲੋਕ ਨੇ, ਕਿਸਾਨ ਜਥੇਬੰਦੀਆਂ ਦੇ ਲੋਕ ਨੇ, ਆਪਣੇ ਆਪ ਇਸ ਯਾਤਰਾ ਦਾ ਹਿੱਸਾ ਬਣ ਰਹੇ ਨੇ ਮੁੱਦਿਆਂ ਦੇ ਉੱਤੇ। ਦਰਬਾਰ ਸਾਹਿਬ ਨੂੰ ਤੋੜਨ ਵਾਲੇ, ਜਿਹੜੀ ਕਿ ਸਮੁੱਚੀ ਮਾਨਵਤਾ ਨੂੰ ਇੱਕ ਕਲਾਵੇ ਵਿੱਚ ਲੈਂਦਾ ਹੈ, ਉਸ ਨੂੰ ਤੋੜਨ ਵਾਲੇ ਅੱਜ ਕਿਸ ਨੂੰ ਜੋੜਨ ਦੇ ਰਾਹ ਤੁਰੇ ਨੇ। ਭਾਵੇਂ ਕਿ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਦਰਬਾਰ ਸਾਹਿਬ ਆ ਕੇ ਨਤਮਸਤਕ ਹੋਣਾ, ਕਿਉਂਕਿ ਦਰਬਾਰ ਸਾਹਿਬ ਜਾਂ ਗੁਰਦੁਆਰਾ ਜਿਹੜਾ ਉਹ ਚਾਰੇ ਦਿਸ਼ਾਵਾਂ, ਚਾਰੇ ਵਰਨਾਂ ਦੇ ਲੋਕ ਜਿਹੜੇ ਆ ਉੱਥੇ ਆ ਸਕਦੇ ਆ। ਇਸ ਗੱਲ ਨੂੰ ਮੈਂ ਲਾਂਭੇ ਕਰਕੇ ਮੈਂ ਇਹ ਪੁੱਛਣਾ ਚਾਹਣਾ, ਜਿਨ੍ਹਾਂ ਲੋਕਾਂ ਨੇ, ਇਸ ਪੰਜਾਬ ਦੇ ਕਾਂਗਰਸੀਆਂ ਨੇ, ਜਿਨ੍ਹਾਂ ਨੇ ਰਾਹੁਲ ਦੇ ਸਿਰ ਤੇ ਕੇਸਰੀ ਦਸਤਾਰ ਬੰਨੀ ਆ, ਤੇ ਜਿਹੜਾ ਬੰਨਣ ਵਾਲਾ ਰਾਹੁਲ ਹੈ, ਕੀ ਮੇਰੇ ਸਹਿਯੋਗੀ ਲਾਈਵ ਮੌਜੂਦ ਨੇ। ਗੌਰਵ, ਅਸੀਂ ਹਲਚਲ ਵੇਖ ਸਕਨੇ ਆ ਇੱਥੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ 'ਚ।
ਗੌਰਵ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਤੇ ਤਸਵੀਰਾਂ ਅਸੀਂ ਲਾਈਵ ਵੇਖ ਸਕਦੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਲਾਈਵ ਤਸਵੀਰਾਂ, ਜਿੱਥੇ ਕੁਝ ਹੀ ਦੇਰ 'ਚ ਰਾਹੁਲ ਗਾਂਧੀ ਨਤਮਸਤਕ ਹੋਣਗੇ। ਸ਼੍ਰੀ ਫਤਿਹਗੜ੍ਹ ਸਾਹਿਬ ਜੋ ਸ਼ਹੀਦਾਂ ਦੀ ਧਰਤੀ ਹੈ, ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹਾਦਤ ਪ੍ਰਾਪਤ ਹੋਈ ਸੀ, ਇੱਥੇ ਨਤਮਸਤਕ ਹੋਣਗੇ। ਨਤਮਸਤਕ ਹੋਣ ਤੋਂ ਬਾਅਦ ਸਰਹੰਦੀ ਦਾਣਾ ਮੰਡੀ ਤੋਂ ਇਸ ਯਾਤਰਾ ਦਾ ਆਗਾਜ਼ ਕੀਤਾ ਜਾਏਗਾ। ਕਰੀਬ 8 ਵਜੇ ਬੱਸ ਸਟੈਂਡ ਨੇੜੇ ਫਲੈਗ ਹੈਂਡਓਵਰ ਸੈਰੇਮਨੀ ਰੱਖੀ ਗਈ ਹੈ ਤੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀਆਂ, ਜਿੱਥੇ ਕਿ ਹਲਚਲ ਵਧੀ ਹੋਈ ਹੈ। ਮੇरे सहयोगी मौजूद ने गौरव शुक्ला। गौरव, ਅਸੀਂ ਦੇਖ सकते हैं कि हलचल थोड़ी बढ़ गई है। राहुल गांधी कब तक पहुंचेंगे इत्थे? बिल्कुल तुसी सरबजोत किसी भी टाइम पहुंच सकते हैं राहुल गांधी, और प्रताप बाजवा इत्थे जरूर पहुंच चुके ने। कांग्रेस के लीडरां दे पहुंचण दा सिलसिला जारी है। इनफैक्ट मैं ये भी क्लीयर करा कि प्रताप बाजवा नाल गल हुई सी रात, तो चंडीगढ़ वापस चले गए सी। लग्या कि डायरैक्टली प्रताप बाजवा चंडीगढ़ तो इत्थे पहुंचे हुए ने, और बाकी जिहड़े लीडर हैगे ने उन्हां दे नाल राहुल गांधी जरूर थोड़ी देर दे विच पहुंचणगे। किसी भी वेले जिस तरीके नाल इत्थे हलचल नजर आ रही है, वो किसी भी वेले राहुल गांधी दी एंट्री जरूर हो सकती है। इनफैक्ट तुसीं ये भी कह सकते हो कि थोड़ा जिहा तय प्रोग्राम तो थोड़ा जिहा डिले जरूर है कि जे इत्थे 15-16 मिनट ऑलरेडी हो चुके ने 7 वज के, तो उस तो बाद 7:50 ਦਾ ਜਿਹੜਾ ਟਾਈਮ ਹੈ, ਉਸ ਤੋਂ ਯਾਤਰਾ ਦਾ ਆਗਾਜ਼ ਥੋੜਾ ਜਿਹਾ ਲੇਟ ਹੋਏਗਾ। ਪਰ ਇਹ ਜ਼ਰੂਰ ਹੈ ਕਿ ਦਿਨ ਨਿਕਲ ਚੁੱਕਿਆ ਹੈ, ਚਾਨਣਾ ਹੋ ਚੁੱਕਿਆ ਹੈ ਤੇ ਧੁੰਦ ਦਾ ਅਸਰ ਹਜੇ ਵੀ ਨਜ਼ਰ ਆ ਰਿਹਾ ਹੈ। ਤਾਂ ਕਿਸੇ ਵੀ ਵੇਲੇ ਰਾਹੁਲ ਗਾਂਧੀ ਦੀ ਐਂਟਰੀ ਜ਼ਰੂਰ ਇੱਥੇ ਹੋ ਸਕਦੀ ਹੈ। ਰਾਹੁਲ ਗਾਂਧੀ ਨਤਮਸਤਕ ਹੋਣਗੇ। ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੀਆਂ, ਗੁਰਦੁਆਰਾ ਸਾਹਿਬ ਜਿੱਥੇ ਪ੍ਰਕਾਸ਼ ਹੋਇਆ ਤੇ ਉਸ ਤੋਂ ਹੇਠਾਂ ਭੋਰਾ ਸਾਹਿਬ ਤੇ ਨਾਲ ਹੀ ਠੰਡਾ ਬੁਰਜ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਵੀ ਬਿਲਕੁਲ ਨਾਲ ਹੈ। ਹਾਲਾਂਕਿ ਹੋ ਸਕਦਾ ਕਿ ਸਿਰਫ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣ ਤੇ ਇੱਥੋਂ ਹੀ ਰਾਹੁਲ ਗਾਂਧੀ ਦਾ ਕਾਫਲਾ ਵਾਪਸੀ ਦੇ ਲਈ ਨਿਕਲ ਜਾਵੇ। ਔਰ ਕਾਬਿਲੇ ਗੌਰ ਇਹ ਵੀ ਹੈ ਕਿ ਥੋੜੀ ਦੇਰ ਦੇ ਵਿੱਚ ਪਹੁੰਚਣਗੇ। ਮੈਂ ਪਹਿਲਾਂ ਜੋ ਜ਼ਿਕਰ ਕਰ ਰਿਹਾ ਸੀ ਕਿ ਰੋਜ਼ਾ ਸ਼ਰੀਫ ਵੀ ਉਹਨਾਂ ਦੇ ਵੱਲੋਂ ਜਾਇਆ ਜਾਏਗਾ, ਔਰ ਕਾਫਿਲਾ ਫਿਲਹਾਲ ਜਿਹੜੀਆਂ ਸਾਨੂੰ ਪਹਿਲਾਂ ਗੱਡੀਆਂ ਨਜ਼ਰ ਆਈਆਂ ਸੀ ਤਾਂ ਉਹਨਾਂ ਦੇ ਵਿੱਚ ਇਹੀ ਸੀ ਕਿ ਕੁਝ ਐਸਕॉर्ट ਤੁਸੀਂ ਕਹਿ ਸਕਦੇ ਹੋ ਕਿ ਆਲਰੇਡੀ ਜਿਹੜੀ ਉਹਨਾਂ ਦੀ ਸਿਕਿਉਰਿਟੀ ਵੀ ਹੁੰਦੀ ਹੈ ਉਹ ਪਹਿਲਾਂ ਇੱਥੇ ਪਹੁੰਚ ਜਾਂਦੀ ਹੈ, ਤਾਂ ਉਹ ਸ਼ਾਇਦ ਉਸ ਤਰੀਕੇ ਨਾਲ ਜ਼ਰੂਰ ਨਜ਼ਰ ਆਇਆ ਹੋਵੇ। ਪਰ ਰਾਹੁਲ ਗਾਂਧੀ ਫਿਲਹਾਲ ਨਜ਼ਰ ਨਹੀਂ ਆਏ। ਮੈਂ ਸਟੇਜ ਵਾਲੇ ਪਾਸੇ ਦਾ ਜ਼ਿਕਰ ਕਰ ਦਵਾਂ ਕਿ ਸਵੇਰ ਦੇ ਉੱਥੇ ਬਹੁਤ ਸਾਰੇ ਲੀਡਰ ਆਲਰੇਡੀ ਨਜ਼ਰ ਆਏ ਨੇ। ਅਲੱਗ-ਅਲੱਗ ਜਿਹੜੇ ਕੁਝ ਵਿਧਾਇਕ ਵੀ ਨਜ਼ਰ ਆ ਰਹੇ ਸੀ ਜਿਹੜੇ ਆਪਣੇ ਪੂਰੇ ਕਾਫਲੇ ਦੇ ਨਾਲ ਜਾਂ ਜਿਹੜੇ ਆਪਣੇ ਸਮਰਥਕਾਂ ਦੇ ਨਾਲ, ਵਰਕਰਾਂ ਦੇ ਨਾਲ ਪਹੁੰਚੇ ਹੋਏ ਸੀ। ਤਾਂ ਉਹ ਤਸਵੀਰਾਂ ਵੀ ਸਾਨੂੰ ਉੱਥੇ ਸਟੇਜ ਦੇ ਕੋਲ ਦੇਖਣ ਨੂੰ ਜ਼ਰੂਰ ਮਿਲੀਆਂ। ਤਾਂ ਉਸ ਦਾ ਇੰਤਜ਼ਾਰ ਰਹੇਗਾ, ਪਰ ਫਿਲਹਾਲ ਜ਼ਰੂਰ ਵੇਟ ਕੀਤੀ ਜਾ ਰਹੀ ਹੈ ਸਰਬਜੋਤ ਕਿ ਰਾਹੁਲ ਗਾਂਧੀ ਕਿੰਨੀ ਦੇਰ ਦੇ ਵਿੱਚ ਇੱਥੇ ਪਹੁੰਚਦੇ ਨੇ। ਰਾਹੁਲ ਗਾਂਧੀ ਦੇ ਪਹੁੰਚਣ ਤੋਂ ਬਾਅਦ ਹੀ ਅੱਗੇ ਦਾ ਜਿਹੜਾ ਪੂਰਾ ਪਲਾਨ ਹੈ ਉਹਨਾਂ ਦਾ ਇਸ ਵਾਰ ਜੋ ਮੁਹੱਈਆ ਕਰਵਾਇਆ ਗਿਆ ਹੈ, ਜੋ ਜਾਣਕਾਰੀ ਦਿੱਤੀ ਗਈ ਹੈ, ਉਸ ਦਾ ਅੱਗੇ ਦਾ ਆਗਾਜ਼ ਹੋਏਗਾ। ਰਾਹੁਲ ਗਾਂਧੀ, ਰਾਜਾ ਵੜਿੰਗ, ਉਸ ਤੋਂ ਬਾਅਦ ਪ੍ਰਤਾਪ ਬਾਜਵਾ ਆਲਰੇਡੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਨੇ। ਤਸਵੀਰਾਂ 'ਚ ਸਾਨੂੰ ਨਜ਼ਰ ਆਇਆ ਸੀ ਕੁਝ ਸਮਾਂ ਪਹਿਲਾਂ। ਤੇ ਇਸ ਦੇ ਨਾਲ ਮੈਂ ਜ਼ਿਕਰ ਕਰਾਂ ਕਿ ਜਿਹੜੇ ਹੋਰ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਹੈ ਉਹ ਵੀ ਜਲਦੀ ਨਜ਼ਰ ਆਏਗੀ। ਔਰ ਬਹੁਤ ਸਾਰੇ ਲੀਡਰ ਅਜਿਹੇ ਨੇ ਕਿਉਂਕਿ ਜਿਹੜੇ 62 ਕੰਟੇਨਰਸ ਸਰਬਜੋਤ ਜਿਹੜੇ ਕੰਟੇਨਰਸ ਦਾ ਜ਼ਿਕਰ ਹੋ ਰਿਹਾ ਨਾ ਕਿ 62 ਕੰਟੇਨਰ ਨੇ ਜਿਨ੍ਹਾਂ ਦੇ ਵਿੱਚ ਭਾਰਤ ਯਾਤਰੀ ਹੈ ਰਾਹੁਲ ਗਾਂਧੀ ਖੁਦ ਜੁੜਦੇ ਨੇ। ਤੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਕੋਈ ਹੋਟਲਾਂ ਦੇ ਵਿੱਚ ਜਾ ਕੇ ਨਹੀਂ ਰੁਕਦਾ। ਔਰ ਜਿਹੜੇ ਪੰਜਾਬ ਦੀ ਲੀਡਰਸ਼ਿਪ ਹੈ ਉਹ ਵੀ ਵੱਖ-ਵੱਖ ਥਾਵਾਂ ਤੋਂ ਉੱਥੇ ਪਹੁੰਚੀ ਹੋਈ ਸੀ। ਤਾਂ ਉਹ ਵੀ ਦੇਰ ਰਾਤ ਤੱਕ, ਕਿਉਂਕਿ ਅਸੀਂ ਦੇਰ ਰਾਤ ਤੱਕ ਉਸ ਪੂਰੀ ਟੈਂਟ ਜਾਂ ਉਸ ਪੂਰੇ ਇਲਾਕੇ ਦੇ ਵਿੱਚ ਸੀ ਜਿੱਥੇ ਕੰਟੇਨਰਸ ਰੁਕੇ ਹੋਏ ਨੇ, ਜਿੱਥੇ ਇੰਤਜ਼ਾਮ ਕੀਤੇ ਹੋਏ ਨੇ, ਤਾਂ ਉਹ ਵੀ ਅਸੀਂ ਤਸਵੀਰਾਂ ਜ਼ਰੂਰ ਦੇਖੀਆਂ ਨੇ। ਤਾਂ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਪੰਜਾਬ ਲੀਡਰਸ਼ਿਪ ਹੈ ਉਹ ਵੀ ਰਾਹੁਲ ਗਾਂਧੀ ਦੇ ਨਾਲ ਉਹਨਾਂ ਟੈਂਟਸ ਦੇ ਵਿੱਚ ਜਾਂ ਕੰਟੇਨਰਸ ਦੇ ਵਿੱਚ ਕਿਤੇ ਰੁਕੀ ਹੋਏਗੀ ਤੇ ਉੱਥੋਂ ਹੀ ਅੱਜ ਸਵੇਰੇ ਰਵਾਨਾ ਹੋਣਗੇ। ਔਰ ਮੈਂ ਇਹ ਵੀ ਤੁਹਾਨੂੰ ਕਲੀਅਰ ਕਰਾਂ ਕਿ ਜਦੋਂ ਅਸੀਂ ਉਸ ਸਟੇਜ ਵਾਲੇ ਪਾਸੇ ਤੋਂ, ਸਰਹੰਦ ਵਾਲੇ ਪਾਸੇ ਤੋਂ ਫਤਿਹਗੜ੍ਹ ਸਾਹਿਬ ਗੁਰਦੁਆਰਾ ਵਾਲੇ ਪਾਸੇ ਦੇ ਲਈ ਰਵਾਨਾ ਹੋਏ ਤਾਂ ਉਸ ਸਮੇਂ ਬਿਲਕੁਲ ਰੂਟ ਵੀ ਕਲੀਅਰ ਕਰ ਦਿੱਤਾ ਗਿਆ ਸੀ, ਰੂਟ ਲਗਾ ਦਿੱਤਾ ਜਾਂਦਾ। ਜਦੋਂ ਕੋਈ VVIP ਮੂਵਮੈਂਟ ਹੁੰਦੀ ਹੈ ਤਾਂ ਟ੍ਰੈਫਿਕ ਨੂੰ ਰੋਕ ਦਿੱਤਾ ਜਾਂਦਾ ਤੇ ਇੱਕ ਰੂਟ ਲਗਾ ਦਿੱਤਾ ਜਾਂਦਾ। ਤਾਂ ਉਹ ਵੀ ਸਾਨੂੰ ਉੱਥੇ ਨਜ਼ਰ ਆਇਆ ਸੀ। ਹਾਲਾਂਕਿ ਅਜੇ ਤੱਕ ਰਾਹੁਲ ਗਾਂਧੀ ਦਾ ਕਾਫਲਾ ਇੱਥੇ ਨਹੀਂ ਪਹੁੰਚਿਆ ਹੈ। ਉਹਨਾਂ ਦੀਆਂ ਕੁਝ ਗੱਡੀਆਂ ਵੱਖ-ਵੱਖ ਜ਼ਰੂਰ ਨਜ਼ਰ ਆ ਰਹੀਆਂ ਨੇ, ਸਿਕਿਉਰਿਟੀ ਹੋਰ ਟਾਈਟ ਹੋਈ ਹੈ ਔਰ ਜਿਹੜੇ ਲੀਡਰਸ ਅਲੱਗ-ਅਲੱਗ ਪਹੁੰਚੇ ਨੇ ਉਹ ਵੀ ਇੱਥੇ ਜ਼ਰੂਰ ਨਜ਼ਰ ਆ ਰਹੇ ਨੇ। ਪਰ ਰਾਹੁਲ ਗਾਂਧੀ ਦਾ ਥੋੜਾ ਜਿਹਾ ਇੰਤਜ਼ਾਰ ਲੱਗਦਾ ਕਿ ਅਜੇ ਹੋਰ ਕਰਨਾ ਹੋਏਗਾ ਤੇ ਉਸ ਤੋਂ ਬਾਅਦ ਥੋੜਾ ਜਿਹਾ ਤੈਅ ਪ੍ਰੋਗਰਾਮ ਤੋਂ ਡਿਲੇ ਵੀ ਹੋਏਗਾ। ਔਰ ਜਿਸ ਤਰੀਕੇ ਦੀ ਠੰਡ ਹੈ ਜੋ ਪਹਿਲਾਂ ਹੀ ਜ਼ਿਕਰ ਹੋ ਰਿਹਾ ਸੀ ਕਿ ਜਿਹੜੀ ਪੂਰੀ ਪਲੈਨਿੰਗ ਕੀਤੀ ਗਈ ਭਾਰਤ ਜੋੜੋ ਯਾਤਰਾ ਦੀ ਸਰਬਜੋਤ, ਇਹ ਸਾਊਥ ਤੋਂ ਸ਼ੁਰੂ ਹੁੰਦੀ ਹੈ, ਦੱਖਣ ਭਾਰਤ ਤੋਂ ਸ਼ੁਰੂ ਹੁੰਦੀ ਹੈ ਕਿ ਤਮਿਲਨਾਡੂ ਤੋਂ ਸ਼ੁਰੂ ਹੋਈ, ਉਸ ਤੋਂ ਬਾਅਦ ਕੇਰਲਾ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਇਹਨਾਂ ਸਾਰੇ ਸੂਬਿਆਂ ਦੇ ਵਿੱਚੋਂ ਹੁੰਦੀ ਹੋਈ ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਤੇ ਹੁਣ ਪੰਜਾਬ ਦੇ ਵਿੱਚ ਐਂਟਰ ਅੱਜ ਤੋਂ ਅਫੀਸ਼ੀਅਲ ਤੌਰ ਦੇ ਉੱਤੇ ਕਰਨ ਜਾ ਰਹੀ ਹੈ। ਤਾਂ ਜਦੋਂ ਇਹ ਪੂਰਾ ਪਲਾਨ ਕੀਤਾ ਗਿਆ ਤਾਂ ਉਸ ਸਮੇਂ ਸੀ ਕਿ ਸਵੇਰੇ 6 ਵਜੇ ਹੀ ਯਾਤਰਾ ਦਾ ਆਗਾਜ਼ ਹੋਏਗਾ।
ਪਰ ਕਿਉਂਕਿ ਉੱਥੇ ਮੌਸਮ ਵੱਖਰਾ ਹੁੰਦਾ ਹੈ ਤੇ ਪੰਜਾਬ ਦੇ ਵਿੱਚ ਜਦੋਂ ਯਾਤਰਾ ਸਤੰਬਰ ਤੋਂ ਸ਼ੁਰੂ ਹੋਈ ਤੇ ਪਹੁੰਚਦੀ ਦਸੰਬਰ ਔਰ ਜਨਵਰੀ ਹੋ ਗਿਆ ਤਾਂ ਨਾਰਥ ਇੰਡੀਆ ਦੇ ਵਿੱਚ ਆਪਾਂ ਨੂੰ ਪਤਾ ਕਿ ਇੱਥੇ ਠੰਡ ਹੁੰਦੀ ਹੈ ਤਾਂ ਸ਼ਾਇਦ ਕੁਝ ਤਬਦੀਲੀਆਂ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਯਾਤਰਾ ਦੇ ਆਗਾਜ਼ ਨੂੰ ਦੇਖ ਕੇ ਮੌਸਮ ਨੂੰ ਦੇਖਦੇ ਹੋਏ ਯਾਤਰਾ ਦੇ ਵਿੱਚ ਜ਼ਰੂਰ ਕੀਤੀਆਂ ਜਾਣ ਕਿ ਉਹ ਤਬਦੀਲੀਆਂ ਕੀ ਹੋਣਗੀਆਂ। ਫਿਲਹਾਲ ਤਾਂ ਜ਼ਰੂਰ ਨਜ਼ਰ ਆ ਰਿਹਾ ਕਿ ਜਿਹੜੀ 6 ਵਜੇ ਯਾਤਰਾ ਹੁੰਦੀ ਸੀ ਸਟਾਰਟ ਉਹ ਆਲਰੇਡੀ 1 ਘੰਟਾ ਅੱਗੇ ਕਰ ਦਿੱਤੀ ਗਈ ਔਰ ਫਿਲਹਾਲ ਕੁਝ ਵੈਸੇ ਵੀ ਤੁਸੀਂ ਕਹਿ ਸਕਦੇ ਹੋ ਕਿ ਥੋੜੀ ਜਿਹੀ ਡਿਲੇ ਇਸ ਸਮੇਂ ਜ਼ਰੂਰ ਹੈਗੀ ਆ। ਤਾਂ ਰਾਹੁਲ ਗਾਂਧੀ ਥੋੜੀ ਦੇਰ ਦੇ ਵਿੱਚ ਪਹੁੰਚਣਗੇ ਇੱਥੇ ਜਿਹੜੇ ਕੁਝ ਲੋਕ ਪਹੁੰਚੇ ਹੋਏ ਨੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਰੋਜ਼ਾਨਾ ਬਹੁਤ ਲੋਕ ਪਹੁੰਚਦੀ ਹੈ, ਸੰਗਤ ਪਹੁੰਚਦੀ ਹੈ ਇੱਥੇ ਨਤਮਸਤਕ ਹੋਣ ਦੇ ਲਈ। ਤਾਂ ਜਿਹੜੀ ਸੰਗਤ ਪਹੁੰਚਦੀ ਹੈ ਉਹਨਾਂ ਦੇ ਵੱਲੋਂ ਵੀ ਇੱਥੇ ਕਿਤੇ ਨਾ ਕਿਤੇ ਜ਼ਰੂਰ ਇੰਤਜ਼ਾਰ ਕੀਤਾ ਜਾ ਰਿਹਾ। ਆਮ ਲੋਕਾਂ ਦੇ ਲਈ ਕੋਈ ਵੀ ਜਿਹੜਾ ਰੂਟ ਹੈ ਉਹ ਪ੍ਰਭਾਵਿਤ ਨਹੀਂ। ਜੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਨਤਮਸਤਕ ਹੋਣ ਦੇ ਲਈ ਆ ਰਿਹਾ ਤਾਂ ਅੰਦਰ ਜਾ ਸਕਦਾ ਹੈ, ਕੋਈ ਉਹਨਾਂ ਨੂੰ ਨਹੀਂ ਰੋਕਿਆ ਗਿਆ ਬਿਲਕੁਲ, ਕਿਉਂਕਿ ਇੱਥੇ ਬਹੁਤ ਜ਼ਿਆਦਾ ਉਸ ਤਰੀਕੇ ਨਾਲ ਭੀੜ ਨਹੀਂ ਕਿ ਜਿਹੜੇ ਕਾਂਗਰਸੀ ਵਰਕਰ ਵੀ ਆ ਉਹ ਵੀ ਤੁਹਾਨੂੰ ਇੱਥੇ ਤਸਵੀਰਾਂ ਦੇ ਵਿੱਚ ਬਹੁਤ ਘੱਟ ਨਜ਼ਰ ਆ ਰਹੇ ਹੋਣਗੇ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਨਹੀਂ ਆਏ। ਹਾਂ, ਕੁਝ ਲੀਡਰ ਜ਼ਰੂਰ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ, ਉਹ ਅਸੀਂ ਜ਼ਰੂਰ ਦੇਖ ਪਾ ਰਹੇ ਹਾਂ ਕਿ ਜਿਹੜੇ ਕੁਝ ਸਾਬਕਾ ਵਿਧਾਇਕ ਨੇ ਜਾਂ ਫਿਰ ਜਿਹੜੇ ਹੋਰ ਸਥਾਨਕ ਲੀਡਰ ਨੇ ਜਾਂ ਕੋਈ ਦੂਰ ਤੋਂ ਆਇਆ ਹੋਇਆ ਉਹ ਵੀ ਇੱਥੇ ਤਸਵੀਰਾਂ ਦੇ ਵਿੱਚ ਜ਼ਰੂਰ ਨਜ਼ਰ ਆ ਰਹੇ ਨੇ ਕਿ ਜਿਹੜੇ ਉਹ ਪਹਿਲਾਂ ਹੀ ਆਲਰੇਡੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਗਏ। ਇੱਥੇ ਰਾਹੁਲ ਗਾਂਧੀ ਦੇ ਨਾਲ ਉਹ ਨਤਮਸਤਕ ਹੋਣਗੇ ਤੇ ਉਸ ਤੋਂ ਬਾਅਦ ਵਾਪਸੀ ਰੋਜ਼ਾ ਸ਼ਰੀਫ ਹੁੰਦੇ ਹੋਏ ਸਟੇਜ ਵਾਲੇ ਪਾਸੇ ਜਿੱਥੇ ਪੂਰਾ ਭਾਰਤ ਜੋੜੋ ਯਾਤਰਾ ਦਾ ਆਗਾਜ਼ ਹੋਣਾ ਉਸ ਵਾਲੇ ਪਾਸੇ ਜਾਣਗੇ। ਤਾਂ ਰਾਹੁਲ ਗਾਂਧੀ ਦਾ ਇੰਤਜ਼ਾਰ ਹੈ ਔਰ ਫਿਲਹਾਲ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਕਿਸੇ ਵੀ ਵੇਲੇ ਰਾਹੁਲ ਗਾਂਧੀ ਦੀ ਐਂਟਰੀ ਹੋ ਸਕਦੀ ਹੈ ਔਰ ਬਹੁਤ ਸਾਰੇ ਲੀਡਰ ਆਲਰੇਡੀ ਇੱਥੇ ਨਜ਼ਰ ਵੀ ਆ ਰਹੇ ਨੇ। ਸਰਬਜੋਤ ਜੀ ਗੌਰਵ, ਮੈਂ ਆ ਵੀ ਜਾਨਣਾ ਚਾਹਾਂਗੀ, ਵਿਰੋਧੀ ਇਸ ਨੂੰ ਭਾਰਤ ਜੋੜੋ ਯਾਤਰਾ ਨਾ ਕਹਿ ਕੇ ਕਾਂਗਰਸ ਜੋੜੋ ਯਾਤਰਾ ਦਾ ਨਾਮ ਦੇ ਰਹੇ ਨੇ। ਤੁਸੀਂ ਕਹਿ ਸਕਦੇ ਹੋ ਕਿ ਦੇਖੋ ਆਪੋਜੀਸ਼ਨ ਹੈ, ਆਪੋਜੀਸ਼ਨ ਨੇ ਬੋਲਣਾ ਹੈ, ਪਰ ਗੱਲ ਉਹੀ ਹੈ ਕਿ 2024 ਦੇ ਵਿੱਚ ਇਸ ਦਾ ਕਿੰਨਾ ਇੰਪੈਕਟ ਨਜ਼ਰ ਆਉਂਦਾ ਹੈ ਕਿ ਵਾਕਈ ਹੀ ਕੁਝ ਵੱਖਰਾ ਹੋ ਜਾਏਗਾ। ਰਾਹੁਲ ਗਾਂਧੀ ਇਸ ਤਰੀਕੇ ਨਾਲ ਜਿਵੇਂ ਪੂਰੇ ਦੇਸ਼ ਦੇ ਵਿੱਚ ਭਾਰਤ ਜੋੜੋ ਯਾਤਰਾ ਕਰਦੇ ਨਜ਼ਰ ਆਏ ਨੇ। ਇਨਫੈਕਟ ਇਹ ਵੀ ਹੈ ਕਿ ਇਤਿਹਾਸ ਤੁਸੀਂ ਪਿੱਛੇ ਦੇਖੋ ਤਾਂ ਬਹੁਤ ਸਾਰੀਆਂ ਯਾਤਰਾਵਾਂ ਇਸ ਤੋਂ ਪਹਿਲਾਂ ਹੋਈਆਂ ਨੇ। 1983 ਚ ਚੰਦਰ ਸ਼ੇਖਰ ਯਾਤਰਾ ਕਰਦੇ ਨੇ, ਉਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਚ ਕਾਮਯਾਬ ਰਹਿੰਦੇ ਨੇ। ਤਾਂ ਉਹ ਸਾਰੀਆਂ ਚੀਜ਼ਾਂ ਜ਼ਰੂਰ ਹੈਗੀਆਂ ਨੇ ਕਿ ਉਹ ਕਿੰਨਾ ਇੰਪੈਕਟ ਕਰਦਾ ਜਾਂ ਨਹੀਂ ਕਰਦਾ। ਕਾਂਗਰਸ ਦੇ ਲਈ ਇਹ ਬਹੁਤ ਔਖਾ ਦੌਰ ਤੁਸੀਂ ਕਹਿ ਸਕਦੇ ਹੋ ਕਿ ਆਜ਼ਾਦੀ ਤੋਂ ਬਾਅਦ ਤੋਂ ਜਦੋਂ ਤੋਂ ਸੱਤਾ ਦੇ ਵਿੱਚ ਕਾਂਗਰਸ ਰਹੀ, ਲਗਾਤਾਰ ਬਹੁਤ ਵੱਡੇ ਵੱਡੇ ਲੀਡਰ ਕਾਂਗਰਸ ਦੇ ਹੋਏ, ਤਾਂ ਗਾਂਧੀ ਪਰਿਵਾਰ ਦੇ ਲਈ ਔਰ ਦੂਜੇ ਪਾਸੇ ਕਾਂਗਰਸ ਦੇ ਲਈ ਇੱਕ ਬਹੁਤ ਟਫ ਟਾਈਮ ਤਾਂ ਲਾਜ਼ਮੀ ਤੌਰ ਤੇ 2014 ਦੇ ਇਲੈਕਸ਼ਨ ਹੋਣ ਜਾਂ 2019 ਦੇ ਇਲੈਕਸ਼ਨ ਹੋਣ, ਤੁਸੀਂ 50 ਦੀ ਫਿਗਰ ਤੱਕ ਨਹੀਂ ਪਹੁੰਚ ਪਾਉਂਦੇ ਦੇਸ਼ ਦੇ ਇਲੈਕਸ਼ਨ ਦੇ ਵਿੱਚ, ਆਮ ਇਲੈਕਸ਼ਨ ਦੇ ਵਿੱਚ ਲੋਕ ਸਭਾ ਦੀ ਸੀਟਾਂ ਤੁਹਾਨੂੰ ਨਹੀਂ ਮਿਲਦੀਆਂ। ਔਖਾ ਦੌਰ ਜ਼ਰੂਰ ਹੈ। ਤੇ ਦੇਖੋ ਜਦੋਂ ਕੋਈ ਪੋਲੀਟੀਕਲ ਲੀਡਰ ਕੋਈ ਵੀ ਐਕਟੀਵਿਟੀ ਕਰਦਾ ਹੈ ਸਰਬਜੋਤ, ਇਹ ਬਹੁਤ ਕਲੀਅਰ ਹੁੰਦਾ ਹੈ ਕਿ ਉਸ ਦਾ ਨਤੀਜਾ ਕੀ ਹੋਏਗਾ, ਉਸ ਦੇ ਦਿਮਾਗ ਦੇ ਵਿੱਚ ਲਾਜ਼ਮੀ ਤੌਰ ਤੇ ਗੱਲ ਰਹਿੰਦੀ ਹੈ ਜਾਂ ਫਿਰ ਉਸ ਨੂੰ ਪੋਲਿਟਿਕਸ ਦੇ ਨਾਲ ਤਾਂ ਜੋੜਿਆ ਹੀ ਜਾਂਦਾ ਹੈ ਕਿ ਤੁਸੀਂ ਰਾਹੁਲ ਗਾਂਧੀ ਅੱਜ ਬੇਸ਼ੱਕ ਕਹਿ ਰਹੇ ਹੋਣ ਕਿ ਅਸੀਂ ਭਾਰਤ ਜੋੜੋ ਯਾਤਰਾ ਦੇ ਵਾਸਤੇ ਹੀ ਫੋਕਸ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਪੋਲੀਟੀਕਲ ਮੋਟਿਵਸ ਤਾਂ ਲਾਜ਼ਮੀ ਤੌਰ ਤੇ ਹੁੰਦੇ ਨੇ। ਇੱਕ ਦਿਨ ਪਹਿਲਾਂ, ਕੱਲ ਦੀ ਮੈਂ ਗੱਲ ਕਰ ਰਿਹਾ ਜਦੋਂ ਰਾਜਾ ਵੜਿੰਗ ਦੇ ਨਾਲ ਅਸੀਂ ਗੱਲ ਕੀਤੀ ਤਾਂ ਕਿਉਂਕਿ ਲੋਕ ਜਾਣਨਾ ਚਾਹੁੰਦੇ ਨੇ ਕਿ ਜੇ ਤੁਸੀਂ ਪੰਜਾਬ ਦੇ ਵਿੱਚ ਵੀ ਪੈਦਲ ਚੱਲ ਰਹੇ ਹੋ, ਅੱਜ ਪੂਰੇ ਦੇਸ਼ ਦੇ ਵਿੱਚ ਪੈਦਲ ਚੱਲ ਰਹੇ ਹੋ, ਤਾਂ ਕਿੱਥੇ ਤੁਸੀਂ ਜਾ ਕੇ ਮਕਸਦ ਕੀ ਹੈ, ਟਾਰਗੇਟ ਕੀ ਹੈ, ਫੋਕਸ ਕੀ ਹੈ। ਤਾਂ ਬੇਸ਼ੱਕ ਉਹ ਇਹੀ ਕਹਿੰਦੇ ਨਜ਼ਰ ਆਏ ਕਿ ਸਾਡਾ ਫੋਕਸ ਕੋਈ ਇਲੈਕਸ਼ਨ ਨਹੀਂ ਹੈ, ਸਾਡਾ ਕੋਈ ਇਲੈਕਸ਼ਨ ਵਾਲੇ ਪਾਸੇ ਨੂੰ ਜਾਣ ਦਾ ਫੋਕਸ ਨਹੀਂ ਹੈ, ਪਰ ਉਹ ਆਪਸ ਦੇ ਵਿੱਚ ਚੀਜ਼ਾਂ ਤਾਂ ਕਨੈਕਟਡ ਹੈਗੀਆਂ, ਇਸ ਦੇ ਵਿੱਚ ਕੋਈ ਡਾਊਟ ਨਹੀਂ ਹੈ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੁੰਦੀ ਹੈ। ਤਾਂ ਉਹ ਚੀਜ਼ਾਂ ਲਾਜ਼ਮੀ ਤੌਰ ਤੇ ਨਜ਼ਰ ਆਉਂਦੀਆਂ। ਹੁਣ ਇਹੀ ਹੈ ਕਿ ਤੁਸੀਂ ਸਾਊਥ ਤੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਦੀ ਯਾਤਰਾ ਰਾਹੁਲ ਗਾਂਧੀ ਕਰ ਚੁੱਕੇ ਨੇ। ਇਨਫੈਕਟ ਇਹ ਵੀ ਇਨਫੋਰਮੇਸ਼ਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਜਰਾਤ ਤੋਂ ਨਾਰਥ ਈਸਟ ਵਾਲੇ ਪਾਸੇ ਵੀ ਰਾਹੁਲ ਗਾਂਧੀ ਦੇ ਵੱਲੋਂ ਜਿਹੜੀ ਇਹ ਯਾਤਰਾ ਦਾ ਦੂਜਾ ਫੇਜ਼ ਚਲਾਇਆ ਜਾ ਸਕਦਾ ਹੈ। ਤਾਂ ਉਹ ਜ਼ਰੂਰ ਚੀਜ਼ਾਂ ਹੈਗੀਆਂ ਨੇ, ਦੇਖਣਾ ਹੋਏਗਾ ਔਰ ਥੋੜੀ ਦੇਰ ਦੇ ਵਿੱਚ ਇੰਤਜ਼ਾਰ ਰਾਹੁਲ ਗਾਂਧੀ ਦਾ ਕਿ ਕਦੋਂ ਇੱਥੇ ਪਹੁੰਚਦੇ ਨੇ। ਸਰਬਜੋਤ ਜੀ ਜੀ ਗੌਰਵ, ਤੁਸੀਂ ਨਜ਼ਰ ਬਣਾਏ ਰੱਖੋ, ਤਸਵੀਰਾਂ ਸਾਨੂੰ ਵਿਖਾਉਂਦੇ ਰਹੋ, ਤੁਹਾਡੇ ਤੋਂ ਵਾਪਸ ਆਵਾਂਗੇ। ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ।